ਹੈਲੋ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਕਰੰਟ ਅਫੇਅਰਸ ਦਾ ਪਾਰਟ 25 ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਪੰਜਾਬ ਲੈਵਲ ਅਤੇ ਇੰਡੀਆ ਲੈਵਲ ਦੇ ਪੇਪਰਾਂ ਦੇ ਨਾਲ ਜਿੰਨੇ ਵੀ ਰਿਲੇਟਡ ਕਰੰਟ ਅਫੇਅਰਸ ਨੇ ਉਹ ਡਿਸਕਸ ਕਰਾਂਗੇ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ ਕਰੰਟ ਅਫੇਅਰਸ ਦੇ 24 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਲਾਸਟ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕਰੰਟ ਅਫੇਅਰ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਸਭ ਤੋਂ ਪਹਿਲਾ ਜਿਹੜਾ ਫੈਕਟ ਹੈ, ਵਿਚ ਮਿਨਿਸਟਰੀ ਲਾਂਚਡ 75-25 ਇਨੀਸ਼ੀਏਟਿਵ। ਤਾਂ 75-25 ਇੱਕ ਇਨੀਸ਼ੀਏਟਿਵ, ਇੱਕ ਸਕੀਮ ਲਾਂਚ ਕੀਤੀ ਗਈ ਹੈ ਕਿਸੇ ਮਿਨਿਸਟਰੀ ਦੇ ਦੁਆਰਾ, ਤਾਂ ਉਹਦਾ ਨਾਮ ਹੈ ਹੈਲਥ ਮਿਨਿਸਟਰੀ। ਠੀਕ ਹੈ ਜੀ, ਆਪਣਾ ਜਿਹੜਾ ਸਿਹਤ ਮੰਤਰਾਲਾ ਹੈ ਇਹਦੇ ਦੁਆਰਾ 75-25 ਇੱਕ ਇਨੀਸ਼ੀਏਟਿਵ ਲਾਂਚ ਕੀਤਾ ਗਿਆ। ਇਹਦਾ ਮਤਲਬ ਕੀ ਹੈ 75-25 ਦਾ? ਇਹਦਾ ਮਤਲਬ ਆਪਾਂ ਤੁਹਾਨੂੰ ਅੱਗੇ ਸਮਝਾਉਣਾ ਆ। ਜਿਵੇਂ ਕਿ 75 ਦਾ ਮਤਲਬ ਹੈ ਕਿ 75% ਲੋਕ, ਠੀਕ ਹੈ ਜੀ, 75% ਲੋਕ ਆਪਣੇ ਇੰਡੀਆ ਦੇ ਸਫਰਿੰਗ ਫਰੋਮ ਹਾਈਪਰ ਟੈਨਸ਼ਨ, ਜਿਹਨੂੰ ਆਪਾਂ ਹਾਈ ਬਲੱਡ ਪ੍ਰੈਸ਼ਰ ਵੀ ਕਹਿ ਦਿੰਦੇ ਹਾਂ, ਕਿ 75% ਲੋਕ ਹੈ ਜਿਹੜੇ ਉਹ ਇੰਡੀਆ ਦੇ ਹਾਈਪਰ ਟੈਨਸ਼ਨ ਯਾਨੀ ਕਿ ਬਲੱਡ ਪ੍ਰੈਸ਼ਰ ਦੇ ਨਾਲ ਅਤੇ ਡਾਇਬਟੀਜ਼ ਦੇ ਨਾਲ ਜੂਝ ਰਹੇ ਨੇ। ਮਤਲਬ ਉਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਨਾਲ ਉਹ ਹਾਈਪਰ ਟੈਨਸ਼ਨ ਹੈ, ਉਹਨਾਂ ਨੂੰ BP ਉਹਨਾਂ ਦਾ ਹਾਈ ਹੁੰਦਾ, ਉਹਨਾਂ ਨੂੰ ਸ਼ੂਗਰ ਹੈ। ਤਾਂ ਇਹ ਜਿਹੜੇ ਲੋਕ ਹੈ ਇਹਨਾਂ ਦੀ ਆਪਾਂ ਕੇਅਰ ਕਰਨੀ ਹੈ, ਠੀਕ ਹੈ, ਜਿਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਆਪਾਂ ਠੀਕ ਕਰਨਾ। ਕਦੋਂ ਤੱਕ? 2025 ਤੱਕ। ਤਾਂ 75-25 ਦਾ ਮਤਲਬ ਇਹੀ ਹੈ ਕਿ 75% ਲੋਕ ਜਿਹੜੇ ਸਫਰ ਕਰ ਰਹੇ ਨੇ ਡਾਇਬਟੀਜ਼ ਅਤੇ ਹਾਈਪਰ ਟੈਨਸ਼ਨ ਦੇ ਨਾਲ, ਤਾਂ 2025 ਤੱਕ ਆਪਾਂ ਉਹਨਾਂ ਨੂੰ ਪੂਰੇ ਤਰੀਕੇ ਨਾਲ ਠੀਕ ਕਰਨਾ। ਠੀਕ ਹੈ ਜੀ, ਤਾਂ ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਜਿਹੜਾ ਕੁਐਸਚਨ ਹੈ ਇਹ ਤੁਹਾਡੇ ਲਈ ਬਣ ਜਾਂਦਾ, ਤੁਹਾਨੂੰ ਪੁੱਛਿਆ ਜਾਊਗਾ ਇਹ। ਠੀਕ ਹੈ ਜੀ, ਤਾਂ ਇਹਦਾ ਮਤਲਬ ਹੈ ਜਿਹੜਾ 75-25 ਦਾ ਮਤਲਬ ਹੈ ਕਿ 75% ਲੋਕ ਆਪਣੇ ਇੰਡੀਆ ਦੇ ਜਿਹੜੇ ਕਿ ਸਫਰ ਕਰ ਰਹੇ ਨੇ, 2025 ਤੱਕ ਇਹਨਾਂ ਨੂੰ ਆਪਾਂ ਪ੍ਰੋਪਰ ਤਰੀਕੇ ਨਾਲ ਠੀਕ ਕਰਨਾ। ਠੀਕ ਹੈ ਜੀ, ਤਾਂ ਬਹੁਤ ਇੰਪੋਰਟੈਂਟ ਫੈਕਟ ਹੈ। ਅਗਲਾ ਜਿਹੜਾ ਆਪਣਾ ਫੈਕਟ ਹੈ, ਵਿਚ ਯੂਨੀਵਰਸਿਟੀ ਵਨ ਦੀ ਮੈਕਸੀਮਮ ਮੈਡਲ ਐਟ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ। ਤਾਂ 3rd ਐਡੀਸ਼ਨ ਹੈ ਇਹ, 2023 ਦੇ ਵਿੱਚ ਇਹ ਗੇਮਸ ਹੋਈਆਂ ਨੇ। ਤਾਂ ਇਹ ਗੇਮਸ ਦਾ ਤੁਹਾਨੂੰ ਐਡੀਸ਼ਨ ਵੀ ਪੁੱਛਿਆ ਜਾ ਸਕਦਾ ਹੈ। ਤਾਂ ਕਿੰਨਵਾਂ ਐਡੀਸ਼ਨ ਹੈ? 3rd ਐਡੀਸ਼ਨ ਹੈ। ਠੀਕ ਹੈ ਜੀ, ਤਾਂ ਰੀਸੈਂਟਲੀ ਇਹ ਸਾਰੇ ਜਿੰਨੇ ਵੀ ਅੱਜ ਦੇ ਸਵਾਲ ਨੇ ਆਪਣੇ, ਇਹ 2023 ਦੇ ਸਵਾਲ ਨੇ। ਠੀਕ ਹੈ ਜੀ, ਤਾਂ 3rd ਐਡੀਸ਼ਨ 2023 ਦਾ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ। ਤਾਂ ਇਹਦੇ ਵਿੱਚ ਆਪਣੀਆਂ ਅਲੱਗ-ਅਲੱਗ ਜਿਹੜੇ ਸਟੇਟਾਂ ਦੀਆਂ ਯੂਨੀਵਰਸਿਟੀਜ਼ ਹੈ ਉਹ ਪਾਰਟ ਲੈਂਦੀਆਂ ਨੇ। ਠੀਕ ਹੈ ਜੀ, ਤਾਂ ਇਹਦੇ ਵਿੱਚ ਸਭ ਤੋਂ ਵੱਧ ਜਿਹੜੇ ਮੈਡਲ ਜਿੱਤੇ ਨੇ ਉਹ ਜਿੱਤੇ ਨੇ ਆਪਣੀ ਪੰਜਾਬ ਯੂਨੀਵਰਸਿਟੀ, ਜਿਹੜੀ ਕਿ ਆਪਣੇ ਚੰਡੀਗੜ੍ਹ ਦੇ ਵਿੱਚ ਹੈ। ਤਾਂ ਇਹਨੇ 69 ਮੈਡਲ ਹੈ ਜਿਹੜੇ ਉਹ ਜਿੱਤੇ ਨੇ, ਇਹ ਤੁਸੀਂ ਯਾਦ ਰੱਖਣਾ। 69 ਮੈਡਲ ਇਹਨੇ ਜਿੱਤੇ ਨੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ। ਤਾਂ ਹੋਸਟ ਇਹਨੂੰ ਮਤਲਬ ਜਿਹੜੀਆਂ ਖੇਲੋ ਇੰਡੀਆ ਇਹ ਗੇਮਸ ਹੋਈਆਂ ਨੇ ਯੂਨੀਵਰਸਿਟੀ ਗੇਮਸ, ਤਾਂ ਇਹਨੂੰ ਹੋਸਟ ਕਿਹੜੇ ਸਟੇਟ ਨੇ ਕੀਤਾ? ਉਹ ਕੀਤਾ ਆਪਣੇ ਯੂਪੀ ਨੇ। ਹੋਸਟ ਵੀ ਤੁਹਾਨੂੰ ਪੁੱਛ ਸਕਦੇ ਨੇ। ਤਾਂ ਮਾਸਕੋਟ ਯਾਨੀ ਕਿ ਇਹ ਇਹਨਾਂ ਦਾ ਇੱਕ ਥੀਮ ਹੁੰਦਾ, ਤਾਂ ਉਹਦਾ ਨਾਮ ਰੱਖਿਆ ਗਿਆ ਜੀਤੂ। ਠੀਕ ਹੈ ਜੀ, ਮਾਸਕੋਟ ਵੀ ਤੁਹਾਨੂੰ ਪੁੱਛਿਆ ਜਾ ਸਕਦਾ, ਕਿਉਂਕਿ ਮਾਸਕੋਟ ਵੀ ਪੁੱਛਦੇ ਨੇ। ਖੇਲੋ ਇੰਡੀਆ ਬਾਰੇ ਤੁਹਾਨੂੰ ਪੂਰੀ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਹੈ। ਤਾਂ ਜਿਹੜੀਆਂ ਯੂਨੀਵਰਸਿਟੀ ਗੇਮਸ ਖੇਲੋ ਇੰਡੀਆ ਹੋਈਆਂ ਨੇ 3rd ਐਡੀਸ਼ਨ 2023 ਦੀਆਂ, ਪੰਜਾਬ ਯੂਨੀਵਰਸਿਟੀ ਨੇ 69 ਮੈਡਲ ਜਿੱਤੇ ਨੇ, ਸਭ ਤੋਂ ਜ਼ਿਆਦਾ। ਹੋਸਟ ਇਹਨੂੰ ਕੀਤਾ ਸੀ ਯੂਪੀ ਨੇ। ਠੀਕ ਹੈ ਜੀ, ਤਾਂ ਇਹਦਾ ਜਿਹੜਾ ਮਾਸਕੋਟ ਹੈ, ਜਿਹੜਾ ਇਹਦਾ ਥੀਮ ਹੈ, ਉਹਦਾ ਨਾਮ ਹੈ ਜੀਤੂ, ਜਿਹੜਾ ਕਿ ਇੱਕ 12 ਸਿੰਘ ਹੈ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਓ, ਤਾਂ ਬਹੁਤ ਇੰਪੋਰਟੈਂਟ ਫੈਕਟ ਹੈ ਤੁਹਾਡੇ ਲਈ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੋਇਆ, ਵਰਲਡ ਪ੍ਰੈਸ ਫਰੀਡਮ ਇੰਡੈਕਸ। ਯਾਨੀ ਕਿ ਪ੍ਰੈਸ ਆਪਾਂ ਨੂੰ ਪਤਾ ਹੀ ਆਪਾਂ ਨੂੰ ਕਿ ਜਿਹੜੇ ਆਪਣੇ ਅਖਬਾਰ, ਆਪਣੀ ਨਿਊਜ਼ਜ਼ ਹੁੰਦੀਆਂ ਨੇ, ਤਾਂ ਉਹਦੇ ਵਿੱਚ ਆਪਾਂ ਨੂੰ ਕਿੰਨੀ ਕੁ ਫਰੀਡਮ ਹੈ। ਠੀਕ ਹੈ ਜੀ, ਤਾਂ ਇਹ 180 ਕੰਟਰੀਆਂ ਹੁੰਦੀਆਂ ਟੋਟਲ। 180 ਦੇ ਵਿੱਚੋਂ ਇਹ ਜਿਹੜਾ ਆਪਣਾ ਦੇਖਿਆ ਗਿਆ ਕਿ ਜਿਹੜਾ ਆਪਣਾ ਇੰਡੀਆ ਦਾ ਰੈਂਕ ਹੈ ਉਹ ਹੈ 161ਵਾਂ ਰੈਂਕ। ਠੀਕ ਹੈ ਜੀ, 161ਵਾਂ ਰੈਂਕ ਹੈ ਆਪਣੇ। ਦੇਖ ਲਓ ਆਪਣਾ ਜਿਹੜਾ ਪ੍ਰੈਸ ਫਰੀਡਮ ਇੰਡੈਕਸ ਆਪਣਾ ਜਿਹੜੀ ਆਪਣੀ ਸਥਿਤੀ ਕੀ ਹੈ ਇਹਦੇ ਵਿੱਚ। ਠੀਕ ਹੈ ਜੀ, ਆਪਾਂ ਨੂੰ ਕਿੰਨੀ ਕੁ ਫਰੀਡਮ ਹੈ ਪ੍ਰੈਸ ਦੀ। ਤਾਂ ਪਹਿਲੇ ਨੰਬਰ 'ਤੇ ਕਿਹੜੀ ਕੰਟਰੀ ਹੈ? ਨਾਰਵੇ। ਸੈਕਿੰਡ 'ਤੇ ਆਈ ਹੈ ਆਇਰਲੈਂਡ ਅਤੇ 3rd 'ਤੇ ਆਈ ਹੈ ਡੈਨਮਾਰਕ। ਇਹ ਮਤਲਬ ਔਨਗੋਇੰਗ ਚੱਲ ਰਹੀਆਂ ਪਿਛਲੇ 4-5 ਸਾਲਾਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜੀਆਂ ਕੰਟਰੀਜ਼ ਨੇ, ਜਿਵੇਂ ਕਿ ਨਾਰਵੇ, ਆਇਰਲੈਂਡ ਹੋ ਗਿਆ ਜਾਂ ਡੈਨਮਾਰਕ ਹੋ ਗਿਆ, ਤਾਂ ਇਹ ਪ੍ਰੀਵੀਅਸ ਈਅਰਸ ਤੋਂ ਹੀ ਮਤਲਬ ਔਨਗੋਇੰਗ ਇਹ 3 ਨੰਬਰਾਂ 'ਤੇ ਚੱਲ ਰਹੀਆਂ ਨੇ। ਤਾਂ ਆਪਣਾ ਜਿਹੜਾ ਇੰਡੀਆ ਉਹ 161ਵਾਂ ਰੈਂਕ ਹੈ। ਯਾਦ ਰੱਖਿਓ, ਇਹ ਮੈਂ ਦੁਬਾਰਾ ਹੀ ਫਿਰ ਰਿਪੀਟ ਕੀਤਾ ਇਹ ਸਵਾਲ, ਕਿਉਂਕਿ ਇਹ ਤੁਹਾਨੂੰ ਪੁੱਛਿਆ ਜਾ ਸਕਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਕੈਬਨਿਟ ਅਪਰੂਵਡ ਹਾਊ ਮੈਨੀ ਕਰੋੜ ਰੁਪੀਜ਼ ਫॉर PLI। PLI ਦਾ ਮਤਲਬ ਹੈ ਪ੍ਰੋਡਕਸ਼ਨ ਲਿੰਕ ਇਨਸੈਂਟਿਵ 2.0। ਇਹ ਇੱਕ ਸਕੀਮ ਹੈ ਜਿਹੜੀ ਕਿ IT ਸੈਕਟਰ ਦੇ ਵਿੱਚ ਇਹ ਲਾਂਚ ਕੀਤੀ ਗਈ ਹੈ।
ਜਿਹੜਾ ਕਿ ਆਪਣਾ ਕੰਪਿਊਟਰ ਹਾਰਡਵੇਅਰ ਹੁੰਦਾ, IT ਹਾਰਡਵੇਅਰ ਹੁੰਦਾ, ਇਹਦੇ ਵਿੱਚ ਇਹ ਸਕੀਮ ਲਾਂਚ ਕੀਤੀ ਗਈ ਹੈ। ਤਾਂ ਕੈਬਨਿਟ ਨੇ ਅਪਰੂਵ ਕੀਤੇ ਨੇ ਇਹ ਸਕੀਮ ਦੇ ਲਈ ਕਿੰਨੇ ਕਰੋੜ ਰੁਪਏ? 17,000 ਕਰੋੜ ਰੁਪਏ। ਇਹ ਯਾਦ ਰੱਖਿਓ, ਤੁਹਾਨੂੰ ਪੁੱਛਿਆ ਜਾਊਗਾ, ਠੀਕ ਹੈ ਜੀ। IT ਹੱਬ ਦੇ ਨਾਲ ਇਹ ਰਿਲੇਟਡ ਆਪਣਾ, ਤਾਂ 17,000 ਕਰੋੜ ਰੁਪਏ ਇਹਦੇ ਲਈ ਮਤਲਬ ਸਾਈਨ ਕੀਤੇ ਨੇ, ਕੈਬਨਿਟ ਨੇ ਅਪਰੂਵ ਕੀਤੇ ਨੇ। ਅਗਲਾ ਜਿਹੜਾ ਆਪਣਾ ਫੈਕਟ ਹੈ, ਸਿਦਾਰਾ ਮਿਆ, ਠੀਕ ਹੈ ਜੀ, ਸਿਦਾਰਾ ਮਿਆ। ਇਹਦਾ ਤੁਸੀਂ ਮਤਲਬ ਪ੍ਰੋਪਰ ਤਰੀਕੇ ਨਾਲ ਇਹਨੂੰ ਪ੍ਰੋਨਾਂਸੀਏਸ਼ਨ ਇਹਦੀ ਕਰ ਲਿਓ, ਸਿਦਾਰਾ ਮੀਆਂ। ਇਹ ਕਾਂਗਰਸ ਦੇ ਨਾਲ ਰਿਲੇਟਡ ਨੇਗੇ। ਤਾਂ ਇਹ ਬਿਕੇਮ ਦੀ ਨਿਊ CM ਆਫ, ਤਾਂ ਚੀਫ ਮਿਨਿਸਟਰ ਚੁਣੇ ਗਏ ਨੇ ਇਹ ਕਿੱਥੋਂ ਦੇ? ਤਾਂ ਇਹ ਚੁਣੇ ਗਏ ਨੇ ਕਰਨਾਟਕਾ ਦੇ, ਠੀਕ ਹੈ ਜੀ। ਕਾਂਗਰਸ ਦੇ ਨਾਲ ਰਿਲੇਟਡ ਨੇ, ਸਿਦਾਰਾ ਮੀਆਂ, ਠੀਕ ਹੈ ਜੀ। ਹੋ ਸਕਦਾ ਮੇਰੀ ਪ੍ਰੋਨਾਂਸੀਏਸ਼ਨ ਗਲਤ ਹੋਵੇ, ਤੁਸੀਂ ਇਹਨੂੰ ਸਹੀ ਕਰ ਲਿਓ। ਤਾਂ ਕੈਪੀਟਲ ਕਿਹੜੀ ਹੈ ਕਰਨਾਟਕਾ ਦੀ? ਬੈਂਗਲੁਰੂ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਫੈਕਟ ਇਹ ਤੁਹਾਡੇ ਲਈ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਮੇਰੀ ਲਾਈਫ ਮੇਰਾ ਸਵੱਛ ਸ਼ਹਿਰ, ਠੀਕ ਹੈ ਜੀ। ਮੇਰੀ ਲਾਈਫ ਮੇਰਾ ਸਵੱਛ ਸ਼ਹਿਰ, ਇੱਕ ਕੰਪੇਨ ਇੰਟਰੋਡਿਊਸ ਕੀਤੀ ਗਈ ਹੈ। ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਕੰਪੇਨ ਇਹ ਬਣ ਜਾਂਦੀ ਹੈ। ਤਾਂ ਇਹ ਜਿਹੜੀ ਕੀਤੀ ਗਈ ਹੈ, ਇਹ ਕੀਤੀ ਗਈ ਹੈ ਹਰਦੀਪ ਸਿੰਘ ਪੁਰੀ ਦੇ ਦੁਆਰਾ, ਠੀਕ ਹੈ ਜੀ। ਤਾਂ ਇਹਨਾਂ ਦਾ ਨਾਮ ਤੁਹਾਨੂੰ ਪੁੱਛਿਆ ਜਾਊਗਾ, ਹਰਦੀਪ ਸਿੰਘ ਪੁਰੀ ਦੇ ਦੁਆਰਾ ਇਹ ਲਾਂਚ ਕੀਤੀ ਗਈ ਹੈ। ਇਹ ਜਿਹੜੇ ਹਰਦੀਪ ਸਿੰਘ ਪੁਰੀ ਨੇ, ਇਹ ਕੌਣ ਨੇ? ਤਾਂ ਇਹ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਦੇ ਮਿਨਿਸਟਰ ਨੇ, ਠੀਕ ਹੈ ਜੀ। ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਦੇ, ਇਹ ਤੁਸੀਂ ਯਾਦ ਰੱਖਿਓ। ਮੇਰੀ ਲਾਈਫ ਮੇਰਾ ਸਵੱਛ ਸ਼ਹਿਰ, ਇੱਕ ਕੰਪੇਨ ਲਾਂਚ ਕੀਤੀ ਗਈ ਹੈ। ਤਾਂ ਜਿੰਨੇ ਵੀ ਸਵਾਲ ਨੇ ਇਹ ਸਾਰੇ ਆਪਣੇ 2023 ਦੇ ਸਵਾਲ ਨੇ, ਠੀਕ ਹੈ ਜੀ। ਅਤੇ ਤੁਹਾਨੂੰ ਪੁੱਛਿਆ ਜਾਊਗਾ ਇਹ ਵੀ ਸਵਾਲ। ਤਾਂ ਮੇਰੀ ਲਾਈਫ ਮੇਰਾ ਸਵੱਛ ਸ਼ਹਿਰ, ਬਹੁਤ ਇੰਪੋਰਟੈਂਟ ਫੈਕਟ ਤੁਹਾਡੇ ਲਈ ਇਹ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਮੇਰੀ ਲਾਈਫ, ਇਹ ਇੱਕ ਮੋਬਾਈਲ ਐਪ ਹੈ, ਠੀਕ ਹੈ ਜੀ। ਇਹ ਤਾਂ ਮੇਰੀ ਲਾਈਫ ਮੇਰਾ ਸਵੱਛ ਸ਼ਹਿਰ ਇੱਕ ਕੰਪੇਨ ਹੈ, ਇਹ ਇੱਕ ਐਪ ਹੈ, ਮੇਰੀ ਲਾਈਫ ਮੋਬਾਈਲ ਐਪ, ਠੀਕ ਹੈ ਜੀ। ਤਾਂ ਮੇਰੀ ਲਾਈਫ ਮੋਬਾਈਲ ਐਪ ਹੈ ਜਿਹੜਾ, ਇਹ ਕਿਵੇਂ ਲਾਂਚ ਕੀਤਾ ਗਿਆ, ਕਾਹਦੇ ਨਾਲ ਇਹ ਇੰਟਰੋਡਿਊਸ ਆਪਣਾ ਕਰਦਾ? ਤਾਂ ਇਹ ਆਪਣੀ ਕਲਾਈਮੇਟ ਅਤੇ ਫੋਰੈਸਟ, ਮਤਲਬ ਜਿਹੜਾ ਆਪਣਾ ਮੌਸਮ ਹੈ, ਆਪਣੀ ਕਲਾਈਮੇਟ ਹੈ, ਇਹਦੇ ਨਾਲ ਰਿਲੇਟਡ ਇੱਕ ਐਪ ਹੈ ਇਹ। ਤਾਂ ਇਹ ਕਿਹਦੇ ਦੁਆਰਾ? ਭੁਪੇਂਦਰ ਯਾਦਵ, ਜਿਹੜੇ ਕਿ ਆਪਣੇ ਮਿਨਿਸਟਰੀ ਆਫ ਫੋਰੈਸਟ ਅਤੇ ਕਲਾਈਮੇਟ ਚੇਂਜ ਦੇ ਨਾਲ ਸੰਬੰਧਿਤ ਮਿਨਿਸਟਰ ਨੇਗੇ, ਠੀਕ ਹੈ ਜੀ। ਤਾਂ ਇਹਨਾਂ ਦੁਆਰਾ ਇਹ ਐਪ ਲਾਂਚ ਕੀਤੀ ਗਈ ਹੈ, ਮੇਰੀ ਲਾਈਫ। ਤਾਂ ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਐਪ ਇਹ ਤੁਹਾਡੇ ਲਈ ਬਣ ਜਾਂਦੀ ਹੈ। ਤਾਂ 2023 ਦਾ ਹੀ ਇਹ ਸਵਾਲ ਹੈ ਰੀਸੈਂਟਲੀ, ਠੀਕ ਹੈ ਜੀ। ਤਾਂ ਅੱਜ ਦੇ ਆਪਾਂ ਜਿੰਨੇ ਵੀ ਕਰੰਟ ਅਫੇਅਰ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ, ਉਹ 2023 ਦੇ ਕਰੰਟ ਅਫੇਅਰ ਨੇ, ਔਨਗੋਇੰਗ ਜਿਹੜੇ ਚੱਲ ਰਹੇ ਨੇ। ਅਗਲਾ ਜਿਹੜਾ ਆਪਣਾ ਫੈਕਟ ਹੈ, ਨਿਊ ਅਰਥ ਐਂਡ ਸਾਇੰਸ ਮਿਨਿਸਟਰ ਆਫ ਇੰਡੀਆ। ਤਾਂ ਜਿਹੜੇ ਆਪਣੇ ਨਵੇਂ ਅਰਥ ਅਤੇ ਸਾਇੰਸ ਮਿਨਿਸਟਰ ਚੁਣੇ ਗਏ ਨੇ ਇੰਡੀਆ ਦੇ, ਉਹਨਾਂ ਦਾ ਕੀ ਨਾਮ ਹੈ? ਉਹਨਾਂ ਦਾ ਨਾਮ ਹੈ ਕਿਰਨ ਰਿਜੀਜੂ। ਕਿਰਨ ਰਿਜੀਜੂ ਪਹਿਲਾਂ ਇਹ ਆਪਣੇ ਲਾ ਮਿਨਿਸਟਰ ਵੀ ਰਹੇ ਨੇ, ਠੀਕ ਹੈ ਜੀ। ਤਾਂ ਰੀਸੈਂਟਲੀ ਇਹਨਾਂ ਨੂੰ ਅਪਰੂਵ ਕੀਤਾ ਗਿਆ ਆਪਣੇ ਅਰਥ ਅਤੇ ਸਾਇੰਸ ਮਿਨਿਸਟਰ ਦੇ ਤੌਰ 'ਤੇ ਇਹਨਾਂ ਨੂੰ ਮਤਲਬ ਸਿਲੈਕਟ ਕੀਤਾ ਗਿਆ, ਠੀਕ ਹੈ ਜੀ। ਤਾਂ ਪ੍ਰੀਵੀਅਸ ਆਪਣੇ ਲਾ ਮਿਨਿਸਟਰ ਨੇ, ਵੀ ਤੁਸੀਂ ਯਾਦ ਰੱਖਿਓ। ਤਾਂ ਇਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਫੈਕਟ ਹੈ ਜਿਹੜਾ ਉਹ ਬਣ ਜਾਂਦਾ। ਤਾਂ ਮਤਲਬ ਜਿਹੜੇ ਇਹ ਪ੍ਰੀਵੀਅਸ ਲਾ ਸੀ, ਤਾਂ ਜਿਹੜੇ ਆਪਣੇ ਨਿਊ ਲਾ ਮਿਨਿਸਟਰ ਚੁਣੇ ਗਏ ਨੇ ਉਹਨਾਂ ਦਾ ਕੀ ਨਾਮ ਹੈ? ਤਾਂ ਉਹਨਾਂ ਦਾ ਨਾਮ ਹੈ ਅਰਜੁਨ ਰਾਮ ਮੇਘਵਾਲ, ਠੀਕ ਹੈ ਜੀ। ਅਰਜੁਨ ਰਾਮ ਮੇਘਵਾਲ, ਜਿਹੜੇ ਆਪਣੇ ਨਵੇਂ ਲਾ ਅਤੇ ਜਸਟਿਸ ਮਿਨਿਸਟਰ ਜਿਹੜੇ ਚੁਣੇ ਗਏ ਨੇ, ਅਰਜੁਨ ਰਾਮ ਮੇਘਵਾਲ, ਠੀਕ ਹੈ ਜੀ। ਤਾਂ ਬਹੁਤ ਇੰਪੋਰਟੈਂਟ ਫੈਕਟ ਇਹ ਤੁਹਾਡੇ ਲਈ ਬਣ ਜਾਂਦਾ ਹੈ। ਅਗਲਾ ਜਿਹੜਾ ਆਪਣਾ ਫੈਕਟ ਹੈ, ਵਿਚ ਕੰਟਰੀ ਹੋਸਟਡ 76th ਵਰਲਡ ਹੈਲਥ ਅਸੈਂਬਲੀ ਆਫ 2023। ਤਾਂ 2023 ਦੀ 76ਵੀਂ ਇੱਕ ਵਰਲਡ ਹੈਲਥ ਅਸੈਂਬਲੀ ਹੋਈ ਹੈ, ਮਤਲਬ ਸਿਹਤ ਦੇ ਨਾਲ ਰਿਲੇਟਡ ਹੈ ਜਿਹੜੀ, ਉਹ ਸਿਹਤ ਮੰਤਰਾਲੇ ਦੇ ਨਾਲ ਰਿਲੇਟਡ ਅਸੈਂਬਲੀ ਹੋਈ ਹੈ। ਤਾਂ ਵਰਲਡ ਦੇ ਤੌਰ 'ਤੇ ਇਹ, ਠੀਕ ਹੈ ਜੀ। ਤਾਂ ਕਿਹੜੀ ਕੰਟਰੀ ਨੇ ਹੋਸਟ ਕੀਤਾ? 76ਵਾਂ ਐਡੀਸ਼ਨ ਹੈ ਇਹਦਾ, ਠੀਕ ਹੈ ਜੀ। 76ਵੀਂ ਵਰਲਡ ਹੈਲਥ ਅਸੈਂਬਲੀ 2023 ਦੇ ਵਿੱਚ ਇਹ ਰੀਸੈਂਟਲੀ ਹੋਈ ਹੈ। ਤਾਂ ਇਹਨੂੰ ਜਿਹੜਾ ਹੋਸਟ ਕੀਤਾ ਉਹ ਕੀਤਾ ਸਵਿਟਜ਼ਰਲੈਂਡ ਨੇ, ਠੀਕ ਹੈ ਜੀ। ਸਵਿਟਜ਼ਰਲੈਂਡ ਜਨੇਵਾ ਦੇ ਵਿੱਚ ਹੋਈ ਹੈ ਇਹ, ਠੀਕ ਹੈ ਜੀ। ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਇਹ ਜਿਹੜੀ ਹੈਲਥ ਅਸੈਂਬਲੀ, ਵਰਲਡ ਹੈਲਥ ਅਸੈਂਬਲੀ 76th ਹੋਈ ਹੈ 2023 ਦੀ, ਠੀਕ ਹੈ ਜੀ। ਤਾਂ ਇਹਦਾ ਥੀਮ ਤੁਹਾਨੂੰ ਪੁੱਛਿਆ ਜਾਊਗਾ। ਤਾਂ ਜਿਹੜਾ ਇਹਦਾ ਥੀਮ ਹੈ, WHO at 75 ਸੇਵਿੰਗ ਲਾਈਫ ਡਰਾਈਵਿੰਗ ਹੈਲਥ ਫॉर ਆਲ, ਠੀਕ ਹੈ ਜੀ। ਤਾਂ ਬਹੁਤ ਇੰਪੋਰਟੈਂਟ ਥੀਮ ਹੈ ਇਹ ਤੁਹਾਡੇ ਲਈ। ਥੀਮ ਤੁਹਾਨੂੰ ਪੁੱਛਿਆ ਜਾ ਸਕਦਾ। ਥੀਮ ਮੈਂ ਤੁਹਾਨੂੰ ਦੱਸਦਾ ਕਿ 99% ਚਾਂਸਸ ਜਿਹੜੇ ਹੁੰਦੇ ਨੇ ਉਹ ਥੀਮ ਪੁੱਛਣ ਦੇ ਬਣ ਜਾਂਦੇ ਨੇ, ਠੀਕ ਹੈ ਜੀ। ਤਾਂ ਜਿਹੜਾ ਇਹਦਾ ਥੀਮ ਹੈ ਉਹ ਹੈ WHO at 75 ਸੇਵਿੰਗ ਲਾਈਫ ਡਰਾਈਵਿੰਗ ਹੈਲਥ ਫॉर ਆਲ, ਠੀਕ ਹੈ ਜੀ। ਤਾਂ ਬਹੁਤ ਇੰਪੋਰਟੈਂਟ ਫੈਕਟ ਇਹ ਤੁਹਾਡੇ ਲਈ ਬਣ ਜਾਂਦਾ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਿਓ। ਵੈਸੇ ਆਪਣੇ ਸਾਰੇ ਕਰੰਟ ਅਫੇਅਰ ਬਹੁਤ ਇੰਪੋਰਟੈਂਟ ਨੇ, ਤਾਂ ਤੁਸੀਂ ਸਾਰੇ ਇਹ ਨੋਟ ਕਰ ਲਓ। ਅਗਲਾ ਜਿਹੜਾ ਆਪਣਾ ਫੈਕਟ ਹੈ, ਨੈਵਲ ਐਕਸਰਸਾਈਜ਼ ਹੋਈ ਹੈ, ਇੱਕ ਨੇਵੀ ਦੀ ਐਕਸਰਸਾਈਜ਼ ਹੋਈ ਹੈ। ਤਾਂ ਇਹਦਾ ਨਾਮ ਹੈ ਅਲ ਮੋਹਦ ਅਲ ਹਿੰਦੀ। ਅਲ ਮੋਹਦ ਅਲ ਹਿੰਦੀ 2023 ਦੀ ਇਹ ਸੈਕਿੰਡ ਐਡੀਸ਼ਨ ਹੈ, ਤਾਂ ਦੂਸਰਾ ਐਡੀਸ਼ਨ ਹੈ। ਤਾਂ ਪਰਫੋਰਮ ਕਿਹਦੇ ਵਿਚਕਾਰੇ ਹੋਈ ਹੈ?
ਇੰਡੀਆ ਤੇ ਸਾਊਦੀ ਅਰੇਬੀਆ। ਠੀਕ ਹੈ ਜੀ, ਇੰਡੀਆ ਤੇ ਸਾਊਦੀ ਅਰੇਬੀਆ ਦੇ ਵਿਚਕਾਰ ਇਹ ਜਿਹੜੀ ਹੋਈ ਹੈ, ਤਾਂ ਬਹੁਤ ਇੰਪੋਰਟੈਂਟ ਫੈਕਟ ਤੁਹਾਡੇ ਲਈ ਇਹ ਬਣ ਜਾਂਦਾ ਹੈ। ਤਾਂ ਜਿਹੜੀ ਇਹ ਅਲ ਮੋਹਦ ਅਲ ਹਿੰਦੀ 2023 ਨੇਵਲ ਐਕਸਰਸਾਈਜ਼ ਹੈ। ਠੀਕ ਹੈ ਜੀ, ਤਾਂ ਇੰਡੀਆ ਤੇ ਸਾਊਦੀ ਅਰੇਬੀਆ। ਅਗਲਾ ਜਿਹੜਾ ਆਪਣਾ ਫੈਕਟ ਹੈ, ਆਪਰੇਸ਼ਨ ਕਾਵੇਰੀ। ਇੱਕ ਆਪਰੇਸ਼ਨ ਕਾਵੇਰੀ ਚਲਾਇਆ ਗਿਆ 2023 ਦੇ ਵਿੱਚ। ਠੀਕ ਹੈ ਜੀ, ਤਾਂ ਇਹ ਕਾਹਦੇ ਲਈ ਹੈ ਆਪਰੇਸ਼ਨ ਕਾਵੇਰੀ? ਆਪਰੇਸ਼ਨ ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ, ਬਹੁਤ ਜ਼ਿਆਦਾ। ਤਾਂ ਇਹ ਮੈਨੀ ਇੰਡੀਅਨਸ, ਠੀਕ ਹੈ ਜੀ, ਤਾਂ ਮੈਨੀ ਇੰਡੀਅਨਸ ਰੈਸਕਿਊ ਫਰੋਮ ਸੁਡਾਨ। ਠੀਕ ਹੈ ਜੀ, ਸੁਡਾਨ ਦੇ ਵਿੱਚ ਨਾ ਇੱਕ ਸਿਵਲ ਵਾਰ ਮਤਲਬ ਹੁਣ ਰੀਸੈਂਟਲੀ ਚੱਲੀ ਸੀ, 2023 ਦਾ ਸਵਾਲ ਇਹ। ਤਾਂ ਸੁਡਾਨ ਦੇ ਵਿੱਚੋਂ ਇੰਡੀਅਨਸ ਨੂੰ ਲਿਆਂਦਾ ਗਿਆ, ਤਾਂ ਉਹ ਜਿਹੜਾ ਆਪਰੇਸ਼ਨ ਚਲਾਇਆ ਗਿਆ ਉਹਦਾ ਨਾਮ ਰੱਖਿਆ ਗਿਆ ਆਪਰੇਸ਼ਨ ਕਾਵੇਰੀ। ਠੀਕ ਹੈ ਜੀ, ਤਾਂ ਆਪਰੇਸ਼ਨ ਕਾਵੇਰੀ ਇਹਦਾ ਨਾਮ ਹੈ ਕਿ ਜਿਹੜੇ ਬਹੁਤ ਸਾਰੇ ਇੰਡੀਅਨਸ ਸੀਗੇ ਆਪਣੇ, ਉਹ ਰੈਸਕਿਊ ਕੀਤੇ ਗਏ ਨੇ ਸੁਡਾਨ ਤੋਂ, ਕਿਉਂਕਿ ਸੁਡਾਨ ਦੇ ਵਿੱਚ ਸਿਵਲ ਵਾਰ ਚੱਲ ਪਈ ਸੀ। ਤਾਂ ਕਰਕੇ ਜਿਹੜਾ ਆਪਰੇਸ਼ਨ ਕਾਵੇਰੀ ਇਹ ਸੰਬੰਧਿਤ ਕਿਹਦੇ ਨਾਲ ਹੈ? ਸੁਡਾਨ ਦੇ ਨਾਲ ਸੰਬੰਧਿਤ ਹੈ। ਬਹੁਤ ਇੰਪੋਰਟੈਂਟ ਫੈਕਟ ਇਹ ਤੁਹਾਡੇ ਲਈ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਵਿਚ ਕੰਟਰੀ ਹੋਸਟਡ ਦੀ SCO। SCO ਮੈਂ ਤੁਹਾਨੂੰ ਪਹਿਲਾਂ ਵੀ ਇਹ ਕਰਵਾ ਕੇ ਗਿਆ। ਠੀਕ ਹੈ ਜੀ, ਇਹ ਜਿਹੜਾ ਕਰੰਟ ਅਫੇਅਰ ਹੈ, ਇਹ ਮੈਂ 2-3 ਵਾਰ ਇਹ ਰਿਪੀਟ ਤਾਂ ਕੀਤੇ ਨੇ ਕਿਉਂਕਿ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਤਾਂ ਤੁਹਾਨੂੰ ਪੁੱਛੇ ਜਾ ਸਕਦੇ ਨੇ। ਤਾਂ ਕਿਹੜੀ ਕੰਟਰੀ ਨੇ ਹੋਸਟ ਕੀਤੀ ਹੈ? ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਜਿਹੜੀ ਸਮਿਟ ਹੋਇਆ 2023 ਦਾ, ਤਾਂ ਇਹ ਕੀਤਾ ਆਪਣੇ ਇੰਡੀਆ ਨੇ। ਠੀਕ ਹੈ ਜੀ, ਤਾਂ ਇੰਡੀਆ ਨੇ ਇਹ ਸਮਿਟ ਹੈ ਜਿਹੜਾ ਉਹ ਹੋਸਟਡ ਕੀਤਾ, ਇੰਡੀਆ ਦੇ ਵਿੱਚ ਇਹ ਹੋਇਆ। ਤਾਂ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ। ਠੀਕ ਹੈ ਜੀ, ਤਾਂ ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਫੈਕਟ ਹੈ, ਹੂ ਹੈਜ਼ ਬੀਨ ਅਪੋਇੰਟਡ ਫॉर ਚੀਫ ਜਸਟਿਸ ਆਫ ਕਲਕੱਤਾ ਹਾਈ ਕੋਰਟ। ਠੀਕ ਹੈ ਜੀ, ਤਾਂ ਕੌਣ ਚੁਣਿਆ ਗਿਆ ਹੈਗਾ ਚੀਫ ਜਸਟਿਸ ਆਫ ਕਲਕੱਤਾ? ਕਲਕੱਤਾ ਹਾਈ ਕੋਰਟ ਕਿਉਂਕਿ ਬਹੁਤ ਇੰਪੋਰਟੈਂਟ ਹੈ, ਤਾਂ ਕਰਕੇ ਪੁੱਛਿਆ ਜਾ ਸਕਦਾ। ਬਹੁਤ ਆਪਣੇ ਮਤਲਬ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਕਲਕੱਤਾ ਸਭ ਤੋਂ ਪੁਰਾਣਾ ਹਾਈ ਕੋਰਟ ਹੈ ਇਹ। ਠੀਕ ਹੈ ਜੀ, ਬੰਬਈ, ਕਲਕੱਤਾ ਅਤੇ ਮਦਰਾਸ, ਇਹ 3 ਹਾਈ ਕੋਰਟ ਪਹਿਲਾਂ 1862 ਦੇ ਵਿੱਚ ਬਣਵਾਏ ਗਏ ਸੀ, ਤਾਂ ਸਭ ਤੋਂ ਪੁਰਾਣਾ ਹਾਈ ਕੋਰਟ ਹੈ। ਤਾਂ ਕਰਕੇ ਜਿਹੜੇ ਇਹਦੇ ਚੀਫ ਜਸਟਿਸ ਚੁਣੇ ਗਏ ਨੇ ਉਹਦਾ ਨਾਮ ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਅਤੇ ਇਹਨਾਂ ਦਾ ਨਾਮ ਹੈ TS ਸਿਵਾਗਨਾਮਮ। ਠੀਕ ਹੈ ਜੀ, TS ਸਿਵਾਗਨਾਮਮ। ਤਾਂ ਇਹ ਬਸ ਤੁਸੀਂ ਯਾਦ ਰੱਖ ਲਿਓ, ਆਪਸ਼ਨ ਦੇ ਵਿੱਚ ਤੁਹਾਨੂੰ ਆਰਾਮ ਨਾਲ ਤੁਸੀਂ ਇਹ ਟਿਕ ਕਰ ਦੋਗੇ। ਤਾਂ TS ਸਿਵਾਗਨਾਮਮ, ਤਾਂ ਇਹਨਾਂ ਦਾ ਨਾਮ ਹੈ। ਠੀਕ ਹੈ ਜੀ, ਤਾਂ ਇਹ ਜਿਹੜੇ ਚੁਣੇ ਗਏ ਨੇ ਨਵੇਂ ਚੀਫ ਜਸਟਿਸ ਕਲਕੱਤਾ ਹਾਈ ਕੋਰਟ ਦੇ ਚੁਣੇ ਗਏ ਨੇ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਫੈਕਟ ਹੈ, ਯੁੱਗ ਯੁਗੀਨ ਭਾਰਤ ਨੈਸ਼ਨਲ ਮਿਊਜ਼ੀਅਮ। ਠੀਕ ਹੈ ਜੀ, ਇਹ ਮਿਊਜ਼ੀਅਮ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਤਾਂ ਯੁੱਗ ਯੁਗੀਨ ਭਾਰਤ ਨੈਸ਼ਨਲ ਮਿਊਜ਼ੀਅਮ ਇਨੋਗ੍ਰੇਟਡ ਬਾਈ PM ਮੋਦੀ ਐਟ ਨਵੀਂ ਦਿੱਲੀ। ਨਵੀਂ ਦਿੱਲੀ ਦੇ ਵਿੱਚ ਇਹ ਆਪਣਾ ਮਿਊਜ਼ੀਅਮ ਬਣਿਆ ਹੋਇਆ ਹੈਗਾ। ਤਾਂ PM ਮੋਦੀ ਦੁਆਰਾ ਇਹਨੂੰ ਮਤਲਬ ਇੰਟਰੋਡਿਊਸ ਕੀਤਾ ਗਿਆ, ਇਨੋਗ੍ਰੇਟ ਕੀਤਾ ਗਿਆ। ਤਾਂ ਇਹਦੇ ਵਿੱਚ ਕੀ ਹੈ, ਇਹ ਆਪਣੇ 5000 ਸਾਲ ਪੁਰਾਣਾ ਜਿਹੜਾ ਆਪਣਾ ਕਲਚਰ ਹੈ ਉਹਨੂੰ ਰਿਪਰਜੈਂਟ ਕਰਦਾ ਇਹ ਮਿਊਜ਼ੀਅਮ। ਇਹਦੇ ਮਿਊਜ਼ੀਅਮ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਇੰਡੀਆ ਦੀ ਸੱਭਿਅਤਾ, ਇੰਡੀਆ ਦਾ ਕਲਚਰ ਕੀ ਹੈ, 5000 ਸਾਲ ਪੁਰਾਣਾ ਕਲਚਰ ਵੀ ਇਹਦੇ ਵਿੱਚ ਸਾਂਭਿਆ ਹੋਇਆ ਜਿਹੜਾ ਇਹ ਮਿਊਜ਼ੀਅਮ ਹੈ, ਯੁੱਗ ਯੁਗੀਨ ਭਾਰਤ ਨੈਸ਼ਨਲ ਮਿਊਜ਼ੀਅਮ। ਤਾਂ ਇਹਦੇ ਬਾਰੇ ਵੀ ਤੁਸੀਂ ਯਾਦ ਰੱਖਿਓ। ਤਾਂ ਇਹ ਸੀ ਆਪਣੇ ਅੱਜ ਦੇ 15 ਫੈਕਟ। ਠੀਕ ਹੈ ਜੀ, ਤਾਂ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਕਾਪੀ ਦੇ ਉੱਤੇ ਨੋਟ ਕਰ ਲਿਓ ਅਤੇ ਇਹਨੂੰ 2-3 ਵਾਰ ਰਿਵਾਈਜ਼ ਕਰ ਲਿਓ, ਕਿਉਂਕਿ ਇਹਨਾਂ 'ਚੋਂ 99% ਜਿਹੜੇ ਚਾਂਸਿਸ ਨੇ ਤੁਹਾਡੇ ਪੇਪਰ ਦੇ ਵਿੱਚ ਆਉਣ ਦੇ ਹੈਗੇ ਨੇ। ਠੀਕ ਹੈ ਜੀ, ਤਾਂ ਜੇਕਰ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਠੀਕ ਹੈ ਜੀ, ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।